परम सत्कारयोग परम सम्मानयोग जुगो जुग अटल चबर छतर तख्त और वक्त दे मालिक साहिबे कमाल शब्द गुरु धन धन साहिब श्री गुरु ग्रंथ साहिब जीओ महाराज तिन्हां दी पावन पवित्र निगी गोद दा आनंद मान रहे। गुरु प्यारे गुरु सवारे सत संगी जनों, जो पावन बचन दास ने आप जियां दे नाल सांझे कीते हन। सिख धर्म दे बानी धन श्री गुरु नानक साहिब पातशाह जी दी मुबारक रसना तो उच्चारण कीते हुए सूही राग दे अंदर धन श्री गुरु ग्रंथ साहिब महाराज जी दे पावन पवित्र अंक 762 उपर शोभायमान हन। इत्थे 3 शब्द इकट्ठे शोभायमान हन। पहले 2 शब्द धन श्री गुरु नानक साहिब पातशाह जी दे हन। सिरलेख है कुचज्जी, फिर सुचज्जी आते फिर बाणी का नाम है गुणवंती। गुणवंती बाणी धन श्री गुरु अर्जन साहिब पातशाह जी की उच्चारण की हुई है। अज मनुख कुचज्जियां वाला जीवन बतीत करता है। धन श्री गुरु नानक साहिब पातशाह जी ने पावन शब्द उच्चारण किया कुचज्जी, फिर सुचज्जी ते फिर गुणवंती की गल आउंदी है। अगे जाके गुरु रामदास पातशाह जी ने फिर लावां की गल की है जदों जीवन के अंदर गुण होणगे। सो आओ इस पावन शब्द की विचार नूं समझण तो पहला मुबारक फतेह दे नाल सांझ पा लईए। इक्के ही वार कहन ते फतेह परवानो जी आखो जी वाहिगुरु जी का खालसा वाहिगुरु जी की फतेह। धन श्री गुरु नानक साहिब पातशाह जी ने आरंभ दे विच बख्शिश कीती मंझ कुचज्जी अमावन डोसड़े हाँ क्यों शाह रावण जाऊं जियो। धन श्री गुरु नानक साहिब पातशाह जी ने आख्या है सहेलिए, मैं सही जीवन का चज नहीं सिखिया। कुचज्जी भाव कोझे चज वाली, जिसनों जीवन जिउण की जांच ना होवे। इसे करके पातशाह जी ने बाणी दे अंदर आख्या गुर मेल चज आचार सिख तुद कदे न लगे दुख। कि गुरु दे पास बैठ के जीवन जिउण दी जुगत सिख, चज सिख लै कि किस तरह जीवन बतीत करना है। हुण धन श्री गुरु नानक साहिब पातशाह जी ने आखिया मंझ कुचज्जी अमावन डोसड़े। अमावन भाव जो समा ना सके, डोसड़े भाव कोझे दोष ऐब। मैं सही जीवन की जांच नहीं सीखी, चज नहीं सीखिया। मेरे अंदर इतने ऐब हैं कि अंदर समा नहीं सकते। इस हालत विच परमात्मा नूं किस तरह प्रसन्न कर सकती है। हुण जिस तरह आपां पावन बचन धन श्री गुरु नानक साहिब पातशाह जी की गौड़ी राग के अंदर पढ़ते हैं। धन श्री गुरु नानक साहिब पातशाह जी ने बख्शिश की जेता समुंद सागर नीर भरिया तेते अवगण हमारे दया करो किछ मेहर उपावो डुबदे पत्थर तारे।
ਇੱਥੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਖਿਆ ਹੈ, ਮੰਝ ਕੁਚੱਜੀ ਅਮਾਵਨ ਡੋਸੜੇ ਹਉ ਕਿਉਂ ਸ਼ਾਹ ਰਾਵਣ ਜਾਉ ਜੀਓ। ਇਤਨੇ ਐਬ ਹਨ ਜੀਵਨ ਦੇ ਅੰਦਰ, ਦੋਸ਼ ਹਨ ਕਿ ਸਮਾ ਨਹੀਂ ਸਕਦੇ ਅੰਦਰ। ਤੇ ਗੌੜੀ ਰਾਗ ਦੇ ਅੰਦਰ ਵੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਖਿਆ, ਹੇ ਮੇਰੇ ਸਾਹਿਬ ਪਰਮਾਤਮਾ, ਜਿਵੇਂ ਅਣਮਿਣੇ ਪਾਣੀ ਨਾਲ ਸਮੁੰਦਰ ਭਰਿਆ ਹੁੰਦਾ ਹੈ, ਪਤਾ ਹੀ ਨਹੀਂ ਸਮੁੰਦਰ ਦੇ ਅੰਦਰ ਕਿੰਨਾ ਪਾਣੀ ਹੈ, ਮਿਣਿਆ ਨਹੀਂ ਜਾ ਸਕਦਾ। ਠੀਕ ਉਸੇ ਤਰ੍ਹਾਂ ਸਾਡੇ ਜੀਵਾਂ ਦੇ ਅਣਗਿਣਤ ਔਗਣ ਜੀਵਨ ਦੇ ਅੰਦਰ ਜੋ ਗਿਣੇ ਨਹੀਂ ਜਾ ਸਕਦੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਐਬ ਇੰਨੇ ਨੇ, ਔਗਣ ਇੰਨੇ ਨੇ ਜੋ ਗਿਣੇ ਨਹੀਂ ਜਾ ਸਕਦੇ। ਅਸੀਂ ਇਹਨਾਂ ਨੂੰ ਧੋ ਸਕਣ ਤੋਂ ਅਸਮਰੱਥ ਹਾਂ। ਤੂੰ ਆਪ ਹੀ ਦਇਆ ਕਰ, ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਵੀ ਤਾਰ ਲੈਣਾ ਹੈ, ਸਾਨੂੰ ਵੀ ਤਾਰ ਲੈ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਮੰਝ ਕੁਚੱਜੀ ਅਮਾਵਨ ਡੋਸੜੇ ਹਉ ਕਿਉਂ ਸ਼ਾਹ ਰਾਵਣ ਜਾਉ ਜੀਓ। ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ, ਮੇਰੇ ਅੰਦਰ ਇਤਨੇ ਐਬ ਹਨ ਕਿ ਅੰਦਰ ਸਮਾ ਨਹੀਂ ਸਕਦੇ। ਜਿਸ ਤਰ੍ਹਾਂ ਸਮੁੰਦਰ ਅਣਮਿਣੇ ਪਾਣੀ ਨਾਲ ਭਰਿਆ ਹੁੰਦਾ ਹੈ, ਮੇਰੇ ਜੀਵਨ ਦੇ ਅੰਦਰ ਵੀ ਇੰਨੇ ਐਬ ਨੇ ਜੋ ਅੰਦਰ ਨਹੀਂ ਸਮਾ ਸਕਦੇ। ਇਸ ਹਾਲਤ ਦੇ ਵਿੱਚ ਜੋ ਔਗਣ ਨੇ ਜੀਵਨ ਦੇ ਅੰਦਰ, ਜੋ ਹਾਲਾਤ ਬਣ ਗਏ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ, ਮੈਂ ਆਪਣੇ ਪਰਮਾਤਮਾ ਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ। ਇੱਕ ਦੂ ਇੱਕ ਚੜ੍ਹਾਉਂਦੀਆਂ, ਕੌਣ ਜਾਣਾ ਮੇਰਾ ਨਾਉ ਜੀਓ। ਅਕਾਲ ਪੁਰਖ ਪਰਮਾਤਮਾ ਦੇ ਦਰ 'ਤੇ ਤਾਂ ਇੱਕ ਦੂਜੀ ਤੋਂ ਵਧੀਆ ਨੇ। ਉੱਥੇ ਮੇਰੇ ਤਾਂ ਉੱਥੇ ਕੋਈ ਨਾਂ ਵੀ ਨਹੀਂ ਜਾਣਦਾ। ਮੇਰੇ ਅੰਦਰ ਇੰਨੇ ਔਗਣ ਨੇ, ਮੇਰਾ ਕੌਣ ਨਾਂ ਜਾਣਦਾ ਉੱਥੇ ਤਾਂ ਬਹੁਤ ਵਧੀਆ ਜੀਵਨ ਵਾਲੇ ਵੀ ਹੈਗੇ ਨੇ। ਜਿੰਨੀ ਸਖੀ ਸ਼ਾਹ ਰਾਵਿਆ, ਸੇ ਅੰਬੀ ਛਾਵੜੀਏ ਜੀਓ। ਜਿੰਨੀ ਸਖੀ ਭਾਵ ਜਿੰਨਾ ਸਹੇਲੀਆਂ ਨੇ। ਅਕਾਲ ਪੁਰਖ ਪਰਮਾਤਮਾ ਨੂੰ ਪ੍ਰਸੰਨ ਕੀਤਾ ਹੈ। ਅੰਬੀ ਛਾਵੜੀਏ ਭਾਵ ਅੰਬਾਂ ਦੀਆਂ ਠੰਡੀਆਂ ਛਾਵਾਂ ਹੇਠ ਜਿਨ੍ਹਾਂ ਸਹੇਲੀਆਂ ਨੇ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਸੰਨ ਕਰ ਲਿਆ ਹੈ, ਉਹ ਮਾਨੋ ਚੁਮਾਸੇ ਵਿੱਚ ਅੰਬਾਂ ਦੀਆਂ ਠੰਡੀਆਂ ਛਾਵਾਂ ਵਿੱਚ ਬੈਠੀਆਂ ਹੋਈਆਂ ਨੇ। ਜਿਸ ਤਰ੍ਹਾਂ ਚੁਮਾਸਾ ਗਰਮੀ ਪੈਂਦੀ ਹੈ, ਮਨੁੱਖ ਛਾਂ ਦੇ ਪਾਸ ਭੱਜਦਾ ਹੈ ਜਦ ਸੰਘਣੀ ਛਾਂ ਮਿਲੇ। ਅੰਬਾਂ ਦੀ ਛਾਂ ਹੈ, ਦਰਖਤਾਂ ਦੀ ਬੜੀ ਸੰਘਣੀ ਹੁੰਦੀ ਹੈ, ਠੰਡੀ। ਤੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਸੰਨ ਕੀਤਾ ਹੈ ਨਾ, ਉਹ ਇਸ ਤਰ੍ਹਾਂ ਨੇ ਜਿਸ ਤਰ੍ਹਾਂ ਚੁਮਾਸੇ ਵਿੱਚ ਅੰਬਾਂ ਦੀਆਂ ਠੰਡੀਆਂ ਛਾਵਾਂ ਹੇਠ ਉਹ ਬੈਠੀਆਂ ਹੋਣ। ਸੁੱਖ ਹੈ ਉਹਨਾਂ ਦੇ ਜੀਵਨ ਦੇ ਅੰਦਰ, ਆਨੰਦ ਹੈ। ਸੇ ਗੁਣ ਮੰਝ ਨ ਆਵਣੀ, ਹਉ ਕਹਿ ਜੀ ਦੋਸ਼ ਧਰਿਉ ਜੀਓ। ਮੇਰੇ ਅੰਦਰ ਤਾਂ ਉਹ ਗੁਣ ਹੈ ਹੀ ਨਹੀਂ, ਜਿਨ੍ਹਾਂ ਗੁਣਾਂ ਦੇ ਸਦਕਾ ਮੈਂ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਸੰਨ ਕਰਨਾ ਸੀ। ਜਿਨ੍ਹਾਂ ਉੱਤੇ ਪਤੀ ਰੀਝਦਾ ਹੈ, ਉਹ ਗੁਣ ਮੇਰੇ ਅੰਦਰ ਹੈ ਹੀ ਨਹੀਂ। ਮੈਂ ਆਪਣੀ ਇਸ ਅਭਾਗਤਾ ਦਾ ਦੋਸ਼ ਕਿਸ ਨੂੰ ਦੇ ਸਕਦੀ ਹਾਂ। ਕਮੀਆਂ ਤੇ ਮੇਰੇ ਅੰਦਰ ਰਹੀਆਂ ਨੇ, ਮੈਂ ਦੋਸ਼ ਕਿਹਦੇ ਸਿਰ ਦਿਆਂ। ਦੱਦਾ ਹੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਇਸੇ ਪਾਵਨ ਸ਼ਬਦ ਦੇ ਅੰਦਰ ਹੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਅੱਗੇ ਜਾ ਕੇ ਦੱਸਿਆ ਹੈ ਕਿ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਹੋਂ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨ ਬੈਠੀ ਪਾਸ ਜੀਓ। ਇਹ ਕਮੀਆਂ ਮੇਰੇ ਅੰਦਰ ਰਹੀਆਂ, ਮੈਂ ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ। ਇੱਥੇ ਪਾਤਸ਼ਾਹ ਜੀ ਨੇ ਆਖਿਆ, ਸੇ ਗੁਣ ਮੰਝ ਨਾ ਆਵਣੀ, ਹਉ ਕਹਿ ਜੀ ਦੋਸ਼ ਧਰਿਉ ਜੀਓ। ਮੇਰੇ ਅੰਦਰ ਤਾਂ ਗੁਣ ਹੀ ਨਹੀਂ ਹੈਗੇ ਜਿਨ੍ਹਾਂ ਉੱਤੇ ਪਤੀ ਰੀਝਦਾ। ਮੈਂ ਆਪਣੀ ਸੁਭਾਗਤਾ ਦਾ ਦੋਸ਼ ਕਿਹਨੂੰ ਦੇ ਸਕਦੀ ਹਾਂ। ਕਿਆ ਗੁਣ ਤੇਰੇ ਵਿਥਰਾ, ਹਉ ਕਿਆ ਕਿੰਨਾ ਤੇਰਾ ਨਾਉ ਜੀਓ। ਹੇ ਪਤੀ, ਹੇ ਪਰਮਾਤਮਾ, ਤੂੰ ਬੇਅੰਤ ਗੁਣਾਂ ਦਾ ਮਾਲਕ ਹੈ। ਮੈਂ ਤੇਰੇ ਕਿਹੜੇ ਕਿਹੜੇ ਗੁਣ ਵਿਸਥਾਰ ਨਾਲ ਦੱਸਾਂ।
ਮੈਂ ਤੇਰਾ ਕਿਹੜਾ ਕਿਹੜਾ ਨਾਮ ਲਾਵਾਂ, ਤੇਰੇ ਬੇਅੰਤ ਨਾਮ ਨੇ ਤੇਰੇ ਕੰਮਾਂ ਨੂੰ ਵੇਖ ਕੇ ਰੱਖੇ ਹੋਏ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਤੇਰੇ ਅਨੇਕਾਂ ਗੁਣਾਂ ਨੂੰ ਵੇਖ ਕੇ ਤੇਰੇ ਅਨੇਕਾਂ ਹੀ ਨਾਮ ਜੀਵ ਲੈ ਰਹੇ ਹਨ। ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਮੈਂ, ਤੇਰੇ ਅਨੇਕਾਂ ਗੁਣ ਹਨ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿ ਰਹੇ ਨੇ, ਜਿੱਥੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸੋਰਠ ਰਾਗ ਦੇ ਅੰਦਰ ਫਰਮਾਇਆ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ, ਪਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਹੇ ਪਰਮਾਤਮਾ, ਤੇਰੇ ਅਨੇਕਾਂ ਗੁਣ ਨੇ, ਮੈਨੂੰ ਕਿਸੇ ਇੱਕ ਦੀ ਵੀ ਸਮਝ ਨਾ ਆਈ ਜੀਵਨ ਦੇ ਅੰਦਰ। ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇ। ਹੁਣ ਦੇਖੋ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਸਾਰੇ ਗੁਣ ਸਨ। ਗੱਲ ਤਾਂ ਸਾਡੀ ਹੈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ, ਜਦੋਂ ਅਸੀਂ ਪਾਵਨ ਪੰਕਤੀ ਨੂੰ ਪੜ੍ਹਨਾ ਹੈ ਤਾਂ ਇਹ ਸਮਝੀਏ ਕਿ ਗੱਲ ਸਾਡੀ ਹੋ ਰਹੀ ਹੈ। ਤੇਰੇ ਗੁਣ ਬਹੁਤੇ, ਆਪਣੇ ਆਪ ਤੇ ਢੁਕਾ ਕੇ ਵੇਖੀਏ ਕਿ ਹੇ ਅਕਾਲ ਪੁਰਖ, ਤੇਰੇ ਅਨੇਕਾਂ ਗੁਣ ਨੇ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਤੇ ਮੈਨੂੰ ਕਿਸੇ ਇੱਕ ਦੀ ਵੀ ਸਮਝ ਨਾ ਪਈ। ਨਾ ਸਤ, ਸੰਤੋਖ, ਦਇਆ, ਧਰਮ, ਧੀਰਜ, ਆਚਾਰ ਪੰਜ ਆਪਾਂ ਕਹਿ ਕੇ ਬਸ ਕਰ ਜਾਂਦੇ ਹਾਂ। ਅਨੇਕਾਂ ਗੁਣ ਨੇ ਅਕਾਲ ਪੁਰਖ ਪਰਮਾਤਮਾ ਦੇ, ਇਹਨਾਂ ਵਿੱਚੋਂ ਵੀ ਕਿਸੇ ਦੀ ਸਮਝ ਨਾ ਪਈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ, ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਨਾਨਕ ਬੇਨਤੀ ਕਰਦਾ ਹੈ ਕਿ ਹੇ ਮੇਰੇ ਮਾਲਕ, ਮੈਨੂੰ ਪੱਥਰ ਵਾਂਗ ਵਿਕਾਰਾਂ ਵਿੱਚ ਡੁੱਬ ਰਹੇ ਨੂੰ ਬਚਾ ਲੈ। ਮੈਂ ਡੁੱਬਦਾ ਜਾ ਰਿਹਾ ਹਾਂ, ਮੈਨੂੰ ਬਚਾ ਲੈ। ਆਪਾਂ ਵੀ ਅਰਦਾਸ ਕਰੀਏ ਕਿ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਅਸੀਂ ਵੀ ਅਰਦਾਸ ਕਰੀਏ, ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ। ਸਾਧ ਨਮਸਕਾਰ ਕਰੀਏ, ਅਦਬ ਸਤਿਕਾਰ ਗੁਰੂ ਦੇ ਪ੍ਰਤੀ ਜੀਵਨ ਦੇ ਅੰਦਰ ਲਿਆਈਏ ਤੇ ਆਖੀਏ ਕਿ ਸਾਨੂੰ ਪੱਥਰਾਂ ਵਾਂਗ ਡੁੱਬਦਿਆਂ ਨੂੰ ਹੇ ਅਕਾਲ ਪੁਰਖ ਪਰਮਾਤਮਾ ਆਪ ਸਹਾਰਾ ਦੇ ਕੇ ਬਚਾ ਲੈ। ਹੁਣ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਖਿਆ, ਕਿਆ ਗੁਣ ਤੇਰੇ ਵਿਥਰਾ ਹਉ, ਕਿਆ ਕਿਆ ਕਿ ਨਾ ਤੇਰਾ ਨਾਉ ਜੀਓ। ਇਕਤ ਟੋਲ ਨਾ ਅੰਬਣਾ ਹਉ, ਸਦ ਕੁਰਬਾਨੈ ਤੇਰੇ ਜਾਉ ਜੀਓ। ਪਾਤਸ਼ਾਹ ਜੀ ਕਹਿੰਦੇ ਨੇ, ਤੇਰੇ ਬਖਸ਼ੇ ਹੋਏ ਕਿਸੇ ਇੱਕ ਸੁੰਦਰ ਪਦਾਰਥ ਦੇ ਰਾਹੀਂ ਵੀ ਮੈਂ ਤੇਰੀਆਂ ਦਾਤਾਂ ਦੇ ਲੇਖੇ ਤੱਕ ਨਹੀਂ ਪਹੁੰਚ ਸਕਦੀ। ਬਸ ਤੇਥੋਂ ਕੁਰਬਾਨ ਹੀ ਕੁਰਬਾਨ ਜਾਂਦੀ ਹਾਂ। ਇਕਤ ਟੋਲ ਨਾ ਅੰਬਣਾ ਹਉ, ਸਦ ਕੁਰਬਾਨੈ ਤੇਰੇ ਜਾਉ ਜੀਓ। ਤੇਰੇ ਬਖਸ਼ੇ ਹੋਏ ਕਿਸ ਇੱਕ ਸੁੰਦਰ ਪਦਾਰਥ ਦੇ ਰਾਹੀਂ ਵੀ ਤੇਰੀਆਂ ਦਾਤਾਂ ਦੇ ਲੇਖੇ ਤੱਕ ਨਹੀਂ ਪਹੁੰਚਿਆ ਜਾ ਸਕਦਾ, ਸਿਰਫ ਕੁਰਬਾਨ ਜਾਇਆ ਜਾ ਸਕਦਾ ਹੈ। ਸੋਇਨਾ ਰੂਪਾ ਰੰਗੁਲਾ, ਮੋਤੀ ਤੈ ਮਾਣਕ ਜੀਓ। ਸੇ ਵਸਤੂ ਸ਼ਾਹ ਦਿੱਤੀਆਂ, ਮੈਂ ਤਿਨ ਸਿਉ ਲਾਇਆ ਚਿੱਤ ਜੀਓ। ਹੇ ਸਹੇਲੀਏ, ਵੇਖ ਮੇਰੀ ਅਭਾਗਤਾ, ਵੇਖ ਮੇਰੇ ਮਾੜੇ ਕਰਮ ਜੋ ਮੈਂ ਕੀਤੇ ਤੇ ਜਿਨ੍ਹਾਂ ਕਰਕੇ ਮੇਰਾ ਜੀਵਨ ਔਗੁਣਾਂ ਦੇ ਨਾਲ ਭਰਪੂਰ ਹੋ ਗਿਆ ਤੇ ਗੁਣ ਜੀਵਨ ਦੇ ਅੰਦਰ ਹੈ ਹੀ ਨਹੀਂ। ਵੇਖ ਮੇਰੀ ਅਭਾਗਤਾ। ਸੋਨਾ, ਚਾਂਦੀ, ਮੋਤੀ ਤੇ ਹੀਰਾ, ਸੋਹਣੇ ਕੀਮਤੀ ਪਦਾਰਥ, ਇਹ ਚੀਜ਼ਾਂ ਅਕਾਲ ਪੁਰਖ ਪਰਮਾਤਮਾ ਨੇ ਮੈਨੂੰ ਦਿੱਤੀਆਂ। ਮੈਂ ਉਸ ਨੂੰ ਭੁਲਾ ਕੇ ਉਸ ਦੀਆਂ ਦਿੱਤੀਆਂ ਇਹਨਾਂ ਚੀਜ਼ਾਂ ਨਾਲ ਪਿਆਰ ਪਾ ਲਿਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਂ ਪਿਆਰੀਆਂ ਹੋ ਗਈਆਂ, ਦੇਣ ਵਾਲਾ ਦਾਤਾਰ ਚੇਤੇ ਭੁੱਲ ਗਿਆ। ਹੁਣ ਇਹ ਨਹੀਂ ਕਿਤੇ ਵੀ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਆਖਿਆ ਕਿ ਗੁਰੂ ਦੇ ਸਿੱਖ ਦੇ ਕੋਲ ਮਹਿੰਗੇ ਪਦਾਰਥ, ਚੰਗਾ ਘਰ, ਚੰਗੀ ਗੱਡੀ ਨਹੀਂ ਹੋਣੀ ਚਾਹੀਦੀ। ਸਭ ਕੁਝ ਹੋਣਾ ਚਾਹੀਦਾ, ਪਰ ਰੱਬ ਦੀ ਯਾਦ ਵੀ ਜ਼ਰੂਰੀ ਹੈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸ਼੍ਰੀ ਰਾਗ ਦਾ ਪਹਿਲਾ ਸ਼ਬਦ ਪੜ੍ਹ ਕੇ ਵੇਖ ਲਵੋ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਈ ਜੜਾਉ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਹਰ ਬਿਨ ਜੀਓ ਜਲ ਬਲ ਜਾਉ। ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ।
ਧਰਤੀ ਤਾ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਾ ਦੇਖ ਭੂਲਾਂ ਵਿਸਰੈ ਤੇਰਾ ਚਿਤ ਨਾ ਆਵੈ ਨਾਉ ਸੁਲਤਾਨ ਹੋਵਾਂ ਮੈਂ ਲਸ਼ਕਰ ਤਖਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨਾ ਆਵੈ ਨਾਉ ਹਰ ਬਿਨ ਜੀਓ ਜਲ ਬਲ ਜਾਉ। ਸਭ ਕੁਝ ਹੋਵੇ ਕੋਲ ਹੋਣਾ ਚਾਹੀਦਾ, ਮਿਹਨਤ ਕਰੋ ਤੇ ਸਭ ਕੁਝ ਖਰੀਦ ਲੈਣਾ ਚਾਹੀਦਾ ਹੈ। ਸਭ ਕੁਝ ਹੋਵੇ ਪਰ ਪਾਤਸ਼ਾਹ ਜੀ ਨੇ ਕਿਤੇ ਇਹ ਵੇਖ ਲਵੀਂ ਕਿ ਚੰਗੇ ਘਰ ਚੰਗੀਆਂ ਗੱਡੀਆਂ ਦੇ ਨਾਲ ਸਾਕ ਸੰਬੰਧੀਆਂ ਦੇ ਨਾਲ ਪਿਆਰ ਪੈ ਜਾਵੇ, ਮਤ ਦੇਖ ਭੂਲਾਂ ਵਿਸਰੈ ਕਿਤੇ ਰੱਬ ਚੇਤੇ ਭੁੱਲ ਜਾਵੇ। ਜੀਵਨ ਇਸ ਤਰ੍ਹਾਂ ਦਾ ਹੋਵੇ ਕਿ ਸਭ ਕੁਝ ਕੋਲ ਹੋਵੇ ਪਰ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਮਨ ਦੇ ਅੰਦਰ ਗੁਰੂ ਦੇ ਨਾਲ ਪਿਆਰ ਕਿ ਹਰ ਬਿਨ ਕਿ ਜੇ ਗੁਰੂ ਭੁੱਲ ਗਿਆ ਨਾ ਹਰ ਬਿਨ ਜੀਓ ਜਲ ਬਲ ਜਾਓ ਤੇ ਮੇਰਾ ਮਨ ਹਿਰਦਾ ਸੜਬਲ ਜਾਏਗਾ। ਜੇਕਰ ਰੱਬ ਦੀ ਯਾਦ ਜੀਵਨ ਦੇ ਅੰਦਰ ਨਾ ਰਹਿ ਗਈ ਤਾਂ ਪਾਤਸ਼ਾਹ ਜੀ ਨੇ ਆਖਿਆ ਹੋਣਾ ਸਭ ਕੁਝ ਚਾਹੀਦਾ ਪਰ ਰੱਬ ਦੀ ਯਾਦ ਵੀ ਜ਼ਰੂਰੀ ਹੈ। ਜੇਕਰ ਰੱਬ ਚੇਤੇ ਨਹੀਂ ਫਿਰ ਇਹ ਵੀ ਚੀਜ਼ਾਂ ਕਿਸੇ ਕੰਮ ਦੀਆਂ ਨਹੀਂ। ਪਾਤਸ਼ਾਹ ਜੀ ਨੇ ਆਖਿਆ ਫਿਰ ਤੇਰਾ ਜੀਵਨ ਖੁਆਰ ਹੀ ਕਰ ਰਹੀਆਂ ਨੇ। ਹੁਣ ਇੱਥੇ ਪਾਤਸ਼ਾਹ ਜੀ ਨੇ ਇਹੀ ਆਖਿਆ ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜਿਉ ਸੇ ਵਸਤੂ ਸ਼ਾਹ ਦਿੱਤੀਆਂ ਮੈਂ ਤਿਨ ਸਿਉ ਲਾਇਆ ਚਿੱਤ ਜੀਓ। ਅਕਾਲ ਪੁਰਖ ਪਰਮਾਤਮਾ ਨੇ ਮੈਨੂੰ ਦਾਤਾਂ ਦਿੱਤੀਆਂ ਪਰ ਮੇਰੀ ਅਭਾਗਤਾ ਵੇਖ ਲਵੋ, ਮੇਰਾ ਦੋਸ਼ ਵੇਖ ਲਵੋ। ਮੈਂ ਇਹਨਾਂ ਦੇ ਨਾਲ ਪਿਆਰ ਤਾਂ ਪਾਲਿਆ ਤੇ ਦਾਤਾਰ ਨੂੰ ਭੁਲਾ ਦਿੱਤਾ, ਇਹ ਅਭਾਗਤਾ ਹੈ। ਸੋਇਨਾ ਰੂਪਾ ਰੰਗੂਲਾ ਮੋਤੀ ਤੈ ਮਾਣਕ ਜੀਓ ਸੇ ਵਸਤੂ ਸ਼ਾਹ ਦਿੱਤੀਆਂ ਮੈਂ ਤਿਨ ਸਿਉ ਲਾਇਆ ਚਿੱਤ ਜੀਓ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਹਾਂ ਏਨੀ ਟੋਲੀ ਭੁੱਲੀਅਸ ਤੇ ਸਕੰਤ ਨਾ ਬੈਠੀ ਪਾਸ ਜੀਓ। ਮਿੱਟੀ ਪੱਥਰ ਆਦਿਕ ਦੇ ਬਣਾਏ ਹੋਏ ਸੋਹਣੇ ਘਰ ਇਹੀ ਮੈਂ ਆਪਣੀ ਰਾਸ ਪੂੰਜੀ ਬਣਾ ਲਏ। ਇੱਥੇ ਨਾਮ ਨੂੰ ਰਾਸ ਪੂੰਜੀ ਬਣਾਉਣਾ ਸੀ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਅਭਾਗਤਾ ਵੇਖ ਲਵੋ, ਕਹਿੰਦੇ ਮਿੱਟੀ ਤੇ ਪੱਕੇ ਘਰਾਂ ਨੂੰ ਹੀ ਮੈਂ ਆਪਣੀ ਰਾਸ ਪੂੰਜੀ ਬਣਾ ਲਿਆ। ਹਾਂ ਇੰਨੀ ਟੋਲੀ ਭੁੱਲੀਅਸ ਤੇ ਸਕੰਤ ਨਾ ਬੈਠੀ ਪਾਸ ਜੀਓ। ਮੈਂ ਨਾ ਸੋਹਣੇ ਪਦਾਰਥਾਂ ਵਿੱਚ ਹੀ ਫਸ ਕੇ ਗਲਤੀ ਖਾ ਗਈ, ਉਕਾਈ ਖਾ ਗਈ। ਇਹ ਪਦਾਰਥ ਦੇਣ ਵਾਲੇ ਉਸ ਖਸਮ ਪਰਮਾਤਮਾ ਦੇ ਪਾਸ ਬੈਠੀ ਨਾ। ਇੱਥੇ ਪਾਤਸ਼ਾਹ ਜੀ ਨੇ ਤਾਂ ਆਖਿਆ ਸੀ ਗੁਰਮਿਲ ਚੱਜ ਆਚਾਰ ਸਿੱਖ ਕਿ ਗੁਰੂ ਦੇ ਕੋਲ ਬਹਿ ਕੇ ਜੀਵਨ ਜਿਉਣ ਦੀ ਜੁਗਤ ਸਿੱਖ ਲੈ। ਪਰ ਮੇਰੀ ਅਭਾਗਤਾ ਵੇਖ ਲਵੋ, ਮੈਂ ਪਦਾਰਥਾਂ ਦੇ ਨਾਲ ਪਿਆਰ ਪਾਲਿਆ, ਖਸਮ ਦੇ ਕੋਲ ਬੈਠੀ ਨਾ। ਹਾਂ ਇੰਨੀ ਟੋਲੀ ਭੁੱਲੀਅਸ ਤੇ ਸਕੰਤ ਨਾ ਬੈਠੀ ਪਾਸ ਜੀਓ। ਅੰਬਰ ਕੂੰਜਾਂ ਕੁਰਲੀਆਂ ਬੱਗ ਬੈਠੇ ਆਏ ਜੀਓ। ਅੰਬਰ ਭਾਵ ਆਕਾਸ਼ ਵਿੱਚ, ਕੂੰਜਾਂ ਭਾਵ ਸ਼ੁਭ ਗੁਣ। ਅੰਬਰ ਕੁਰਲੀਆਂ ਆਕਾਸ਼ ਵਿੱਚ ਕੁਰਲ ਕੁਰਲ ਕਰ ਰਹੀਆਂ ਹਨ, ਦੂਰ ਚਲੀਆਂ ਗਈਆਂ ਹਨ। ਬੱਗ ਭਾਵ ਬਗਲੇ ਪਖੰਡ। ਪਾਤਸ਼ਾਹ ਜੀ ਨੇ ਆਖਿਆ ਮਾਇਆ ਦੇ ਮੋਹ ਵਿੱਚ ਫਸ ਕੇ ਅੰਬਰ ਕੂੰਜਾਂ ਕੁਰਲੀਆਂ ਬੱਗ ਬੈਠੇ ਆਏ ਜੀਓ। ਮਾਇਆ ਦੇ ਮੋਹ ਵਿੱਚ ਫਸ ਕੇ ਜਿਸ ਜੀਵ ਇਸਤਰੀ ਨੇ ਸ਼ੁਭ ਗੁਣ ਉਸ ਤੋਂ ਪਰੇ ਚਲੇ ਜਾਣ, ਜਿਸ ਜੀਵ ਇਸਤਰੀ ਦੇ ਸ਼ੁਭ ਗੁਣ ਉਸ ਤੋਂ ਦੂਰ ਚਲੇ ਜਾਣ, ਮਾਇਆ ਦੇ ਵਿੱਚ ਫਸ ਕੇ ਅੰਬਰ ਕੂੰਜਾਂ ਕੁਰਲੀਆਂ ਬੱਗ ਬੈਠੇ ਆਏ ਜੀਓ। ਕਹਿੰਦੇ ਤੇ ਉਸ ਦੇ ਅੰਦਰ ਨਿਰੇ ਪਖੰਡੀ ਇਕੱਠੇ ਹੋ ਜਾਣ। ਮਾਇਆ ਦੇ ਮੋਹ ਵਿੱਚ ਜੀਵ ਇਸਤਰੀ ਫਸ ਜਾਵੇ ਤੇ ਸ਼ੁਭ ਗੁਣ ਦੂਰ ਚਲੇ ਜਾਣ ਉਸ ਤੋਂ, ਤੇ ਉਸ ਦੇ ਅੰਦਰ ਨਿਰੇ ਪਖੰਡ ਇਕੱਠੇ ਹੋ ਜਾਣ। ਪਾਤਸ਼ਾਹ ਜੀ ਫਿਰ ਕਹਿੰਦੇ ਨੇ ਸਾ ਧਨ ਚੱਲੀ ਸਾਹੁਰ ਕਿਆ ਮੂੰਹ ਦੇਸੀ ਅੱਗੇ ਜਾਏ ਜੀਓ। ਜੇਕਰ ਇਹੋ ਜਿਹੇ ਹਾਲਾਤ ਵਿੱਚ ਜੀਵ ਇਸਤਰੀ ਸਹੁਰੇ ਘਰ ਦੇ ਵਿੱਚ ਜਾਵੇ, ਆਮ ਹੀ ਵੇਖ ਲਵੋ ਦੁਨਿਆਵੀ ਤੌਰ 'ਤੇ ਜਿਸ ਬੱਚੀ ਦੇ ਜੀਵਨ ਦੇ ਅੰਦਰ ਗੁਣ ਨਾ ਹੋਣ, ਭਾਈ ਗੁਰਦਾਸ ਜੀ ਨੇ ਆਖਿਆ ਹੈ ਨਾ ਨਹਿਰ ਕੁਆਰ ਕਾਨਿਆ ਲਾਡਲੀ ਕੈ ਮਾਨੀਏ ਤੇ ਵਿਆਹੇ ਸਸੁਰਾਲ ਜਾਏ ਗੁਣਨ ਕੈ ਮਾਨੀਏ। ਇੱਕ ਧੀ ਜਦੋਂ ਵਿਆਹ ਕੇ ਸਹੁਰੇ ਘਰ ਜਾਂਦੀ ਉੱਥੇ ਜਾ ਕੇ ਗੁਣਾਂ ਦੀ ਕਦਰ ਹੁੰਦੀ ਹੈ। ਜੇਕਰ ਗੁਣ ਨਾ ਹੋਣ ਤਾਂ ਸਹੁਰੇ ਘਰ ਦੇ ਵਿੱਚ ਇੱਜ਼ਤ ਨਹੀਂ ਜੇ ਪੈਂਦੀ। ਗੁਣ ਹੋਣੇ ਜ਼ਰੂਰੀ ਨੇ। ਕੰਮਕਾਰ ਘਰ ਦਾ ਕਰਨਾ ਆਉਣਾ ਚਾਹੀਦਾ ਹੈ, ਬੋਲ ਬਾਣੀ ਮਿੱਠੀ ਹੋਣੀ ਚਾਹੀਦੀ ਹੈ, ਕਦਰ ਪੈ ਜਾਂਦੀਆਂ ਨੇ ਤੇ ਨਹੀਂ ਪੈਂਦੀ। ਹੁਣ ਪਾਤਸ਼ਾਹ ਜੀ ਨੇ ਇੱਥੇ ਆਖਿਆ ਕਹਿੰਦੇ ਅੰਬਰ ਕੂੰਜਾਂ ਕੁਰਲੀਆਂ ਬੱਗ ਬੈਠੇ ਆਏ, ਜਿੱਥੇ ਸਾਰਿਆਂ ਦੀ ਗੱਲ ਹੀ ਕਰ ਦਿੱਤੀ। ਮੇਰੀ ਵੀ ਵਿੱਚ ਹੈ, ਤੁਹਾਡੀ ਵਿੱਚ ਹੈ, ਬਜ਼ੁਰਗਾਂ ਦੀ ਵਿੱਚ, ਸਾਰਿਆਂ ਦੀ ਕੀਤੀ। ਪਾਤਸ਼ਾਹ ਜੀ ਕਹਿੰਦੇ ਜੇਕਰ ਜੀਵ ਇਸਤਰੀ ਮਾਇਆ ਦੇ ਮੋਹ ਵਿੱਚ ਫਸ ਕੇ ਆਪਣਾ ਜੀਵਨ ਖੁਆਰ ਕਰ ਲਏ, ਸ਼ੁਭ ਗੁਣ ਦੂਰ ਚਲੇ ਜਾਣ ਉਸ ਤੋਂ, ਉਹਦੇ ਅੰਦਰ ਜਿਹੜਾ ਪਖੰਡ ਰਹਿ ਜਾਏ, ਕਹਿੰਦੇ ਉਹ ਜਦੋਂ ਇਸ ਹਾਲ ਵਿੱਚ ਸ਼ੁਭ ਗੁਣ ਗਵਾ ਕੇ
इस हाल विच परलोक जावे ते जाके परलोक विच परमात्मा दी हजूर विच की मूँह विखावेगी कि मैं की लैके आई हाँ, की सिख के आई हाँ, है कोई गुण? बिल्कुल नहीं। पातशाह जी ने आख्या की मूँह लैके जाएगी, उत्थे क्या मुख लैके जाएगा। सुती सुती झाल थिया भूली वाटड़ी आस जियो, तैं शाह नालों मुतीअस दुखां कू तरियास जियो। हे परमात्मा, माया दे मोह दी नींद विच गाफल पए रहा, मैनू बडेपा आ गया, नींद विच बडेपा आ गया, गाफल हो गए। कहंदे जीवन दे सही रस्ते तो मैं खुंजी हुई हाँ। तैं शाह नालों मुतीअस दुखां कू तरियास जियो। हे पति, मैं तेरे नालों विछड़ी हुई हाँ, मैं निरे दुख ही दुख सहेड़े हुए हन। तुद गुण मैं सब अवगणा, तेरे अनेकां गुण ने ते मेरे अंदर निरे अवगण इकट्ठे कीते ने। मैं एक नानक की अरदास जियो, फिर भी नानक दी बेनती तेरे ही दर ते है, फिर भी बेनती तेरे दर ते है। सब राती सुहागणी, मैं डुहागण काई रात जियो। कि भागां वालियां जीव इस्त्रियां तां सदा तेरे नाम रंग विच रंगियां रहिंदियां ने। मैनू अभागू नूं भी कोई एक रात बख्श, मेरे उत्ते भी कदी मेहर दी निगाह कर, मेरा भी मिलाप तेरे नाल हो जावे, मेरे उत्ते बख्शिश कर। तुद गुण मैं सब अवगणा, एक नानक की अरदास जियो। सब राती सुहागणी, मैं डुहागण काई रात जियो। मेरा जीवन किस तरह का है, मैनू भी एक रात बख्श, मैं भी तेरे नाल मिलाप कर सकां। हुण इस पावन शब्द दे अंदर धन श्री गुरु नानक साहिब पातशाह जी ने दुनियावी तौर पर भी सानू बहुत सोहनी सिक्ख्या दिती है। अज देखो आले दुआले झात मार के वेखी दिया है, गुण जीवन के अंदर हुंदे ने, डिवोर्स तक गल्लां पहुँचदियां, तलाक हुंदे ने। वैसे बाकी मतां दे अंदर रिश्ता जोड़न ते तोड़न का विधि विधान है, पर गुरमत के अंदर नहीं। धन श्री गुरु ग्रंथ साहिब महाराज जी की हजूरी के अंदर लावां लैके मुड़ के तलाकां तक गल्लां पहुँचदियां ने। असीं गुरु नूं हाज़र नाज़र जान के कुछ नहीं करते। अजकल असीं गुरु तो मुनकर हो चुके हाँ, कोई अदब सत्कार गुरु का साडे जीवन के अंदर नहीं। इत्थों सानूं सिक्ख्या मिलती है इस पावन शब्द तो कि जीवन के अंदर गुण होने जरूरी ने। गुण होणगे तां सहुरे घर दे विच जाके कदर पैंदी है। जेकर दुनियावी तौर पर वेख्या जाए तां भी पातशाह जी ने सानूं समझाया है ते साडे अध्यात्मिक जीवन की भी गल कीती है। गुणा तो बगैर बंदे की कदर नहीं, गुण होणगे बंदे की कदर पैंदी है। धन श्री गुरु नानक साहिब पातशाह जी ने आखिया है, अंबर कूंजां कुरलियां बग बैठे आए जियो, सा धन चली साहुरै क्या मुँह देसी अगे जाए जियो। धन श्री गुरु नानक साहिब पातशाह जी कहते जे जीवन के विचों शुभ गुण दूर चले जाण ते निरा पखंड जीवन के अंदर रह जाता। तो धन श्री गुरु नानक साहिब पातशाह जी के पावन बचन जिथे आप पढ़ते हैं, दुध बिन धेन पंख बिन पंखी, जल बिन ओत भुज काम नाही, क्या सुल्तान सलाम विहूणा, अंधी कोठी तेरा नाम नाही की विसरै, दुख बहुता लागै दुख लागै तू विसर नाही। विसरिया दुख लगता है, अकाल पुरख परमात्मा विसर ना जीवन दे विचों, किते ये जीवन साडा भी बन जाए। असीं भी पावन शब्द पढ़िए कि विसरै दुख बहुता लागै दुख लागै तू विसर नाही, दुध बिन धेन पंख बिन पंखी, जाल बिन ओत भुज काम नाही, क्या सुल्तान सलाम विहूणा, अंधी कोठी तेरा नाम नाही। दुध ना दिंदी होवे गां, गां की कदर नहीं। जेकर एक पंछी दे खंभ ना होण उहदी कोई कदर नहीं। माइक मेरी आवाज़ तुहाडे तक ना पहुँचावे दा गुण गल गए किसी काम का नहीं। घड़ी टाइम ना दसदी होवे किसी काम की नहीं। लोग ला के गुट तो दूजी लिया के बन लेंदे ने। भाव गुण होने जीवन के अंदर जरूरी ने। गुण होणगे बंदे दी समाज संसार के अंदर कदर पैंदी है। जेकर गुण ना होए तां सानू किसी ने पुछना नहीं। पातशाह जी ने क्लीयर कर दिता, अंबर कूंजां कुरलियां बग बैठे आए जियो, सा धन चली साहुरै
क्या मुँह दिसी अगे जाए जियो माया दे मोह विच फस के। जिस जीव इस सिर दे शुभ गुण श्रेष्ठ गुण जिन्हां ने घर वसाउणा सी कहंदे दूर चले जान ना फिर निरा पखंड जीवन दे अंदर रह जांदा जे। कहंदे जदों इस हाल विच परलोक वे जाईदा है तो की जाके मूँह खावां की लैके असीं आए। क्या तैं खट्टिया कहाँ गवाया चलो सिताब दीवान बुलाया। पहलां असीं गुरबाणी तो दुनियावी तौर पर जीवन जिउण की जांच सीखी सी, घरां दे अंदर रहना किस तरह है, प्यार दे नाल किस तरह रहना। फिर साडे अध्यात्मिक जीवन की गल आवेगी। हजे साडा दुनियावी जीवन है जिहड़ा पद्धर है जिहड़ा जिउण दा वो बड़ा नीवा है। आत्मिक जीवन की असी गल कित्थों कर सकते हैं। पहला सानू समाज के अंदर रहना आ जाए फिर अध्यात्मिक जीवन की गल है वो असी कर सकते हैं। सो पातशाह जी किरपा करन कीतियां विचारां साडे जीवन का आधार हिरदियां दा शिंगार बन जाण। पहला शब्द धन श्री गुरु नानक साहब पातशाह जी का है। सिरलेख है राग सूही महला पहला कुचजी एक ओंकार सतगुर प्रसाद। दूजा शब्द है सूही महला पहला सुचजी। पहला कुचजी की गल की फिर सुचजी की गल की कि सुचजी जीव इस्त्री केड़ी है, ਉਹਦੀ जीवन शैली किस तरह की है। कुचजी की आप जीवन शैली समझ लई है, कल नूं सुचजी बारे समझांगे। तो फिर गुरु अर्जन साहब पातशाह जी ने गुणवंती की गल की जो जीवन के अंदर गुण आ जाते हैं क्योंकि गुणों की कदर पैनी है। फिर गुरु रामदास पातशाह जी ने सूही राग के अंदर 773 ते लावां की गल की, हर पहली लाम। फिर चौथी की गल की जिथे जाके मिलाप होना है। सो कुचज्जियां तो सज्जे बणीए सुचज्जियां तो गुणवंती बणीए असीं भी फिर जाके अकाल पुरख परमात्मा दे नाल मेल मिलाप हो सकता है। सो गुरु साहब जी किरपा करन। समूह संगत का धन्नवाद जिन्हां ने बड़े प्यार सत्कार दे नाल बैठ के विचारां नूं श्रवण कीता है। अखीर दे विच बड़े ही अदब सत्कार दे नाल गज के फतेह परवानो जी आखो जी वाहिगुरू जी का खालसा वाहिगुरू जी की फतेह।